हाँ जी, क्लास +1। हाँ जी बेटा। ਜਿਵੇਂ ਕਿ ਤੁਸੀਂ ਅਖਬਾਰ ਪੜ੍ਹਦੇ ਹੋ, ਮੈਂ ਵੀ ਅਖਬਾਰ ਪੜ੍ਹਦੀ ਹਾਂ, ਆਪਾਂ ਸਾਰੇ ਅਖਬਾਰ ਪੜ੍ਹਦੇ ਹਾਂ। ਅਤੇ ਕਈ ਵਾਰੀ ਆਪਾਂ ਅਖਬਾਰ ਦੇ ਵਿੱਚ ਪੜ੍ਹਦੇ ਹੁੰਦੇ ਹਾਂ, ਉਹਦਾ ਦੂਜੇ ਜਾਂ ਪੇਜ ਦੇ ਉੱਤੇ ਅਖਬਾਰ ਦੇ ਸੰਪਾਦਕ ਦੇ ਵੱਲੋਂ ਕੋਈ ਵਿਸ਼ਾ ਲਿਖਿਆ ਹੁੰਦਾ। ਓਕੇ, ਤਾਂ ਇਸੇ ਤਰ੍ਹਾਂ ਜਿਹੜਾ ਅੱਜ ਦਾ ਪੱਤਰ ਹੈਗਾ ਉਹ ਉਹਦੇ ਨਾਲ ਰਿਲੇਟਡ ਹੈ ਕਿ ਕਿਸੇ ਅਖਬਾਰ ਦੇ ਸੰਪਾਦਕ ਦੇ ਵੱਲੋਂ ਵਿਸ਼ਾ ਲਿਖਿਆ ਹੋਇਆ ਜਿਹੜਾ ਕੇਬਲ ਟੀਵੀ ਆ ਉਹ ਵਰਦਾਨ ਆ ਕਿ ਸ਼ਰਾਪ ਆ। ਉਹਦੇ ਬਾਰੇ ਵਿਚਾਰ ਦੱਸੇ ਹੋਏ ਆ ਵੀ ਕਿੰਨੇ ਇਹਦੇ ਸਾਨੂੰ ਫਾਇਦੇ ਆ, ਕਿੰਨੇ ਨੁਕਸਾਨ ਆ। ਜੇ ਆਪਾਂ ਵੈਸੇ ਗੱਲ ਕਰੀਏ, ਜਿਹੜਾ ਕੇਬਲ ਟੀਵੀ ਆ ਉਹ ਸਾਡੇ ਲਈ ਭਾਂਤ ਸੰਭਾਂਤ ਤੇ ਪ੍ਰੋਗਰਾਮ ਲੈ ਕੇ ਆਉਂਦਾ ਵਾ। ਆਪਾਂ ਕਿੰਨੇ ਜਾਣੀ ਦੀ ਨੌਜਵਾਨ ਪੀੜ੍ਹੀ ਆ ਉਹਨਾਂ ਦੀ ਵਿਸ਼ੇਸ਼ ਮੰਗ ਬਣ ਚੁੱਕਾ ਵਾ ਜਿਹੜਾ ਕੇਬਲ ਟੀਵੀ ਆ, ਕਿਉਂਕਿ ਉਹ ਇਹਦੇ ਉੱਤੇ ਕਈ ਤਰ੍ਹਾਂ ਦੇ ਪ੍ਰੋਗਰਾਮ ਉਹਨਾਂ ਨੂੰ ਦੇਖਣ ਨੂੰ ਮਿਲਦੇ ਆ। ਖਬਰਾਂ ਤੋਂ ਇਲਾਵਾ ਬਹੁਤ ਸਾਰੇ ਮਨੋਰੰਜਨ ਦਾ ਸਾਧਨ ਵੀ ਹੈਗਾ ਇਹ। ਓਕੇ, ਪਰ ਜਿੱਥੇ ਇਹਦੇ ਫਾਇਦੇ ਨਹੀਂ ਉੱਥੇ ਸਾਡੇ ਲਈ ਨੁਕਸਾਨ ਵੀ ਨਹੀਂ। ਅੱਜ ਆਪਾਂ ਇਸ ਬਾਰੇ ਇਹ ਜਿਹੜਾ ਪੱਤਰ ਆ ਉਹਦੇ ਵਿੱਚ ਪੜਾਂਗੇ। ਓਕੇ, ਤਾਂ ਇਹ ਕਿਸੇ ਅਖਬਾਰ ਦੇ ਸੰਪਾਦਕ ਨੇ ਲਿਖਿਆ, ਜਾਣੀ ਦੀ ਉਹਦਾ ਸਿਰਲੇਖ ਹੈਗਾ ਕੇਬਲ ਟੀਵੀ ਵਰਦਾਨ ਕਿ ਸ਼ਰਾਪ। ਸਿਰਲੇਖ ਹੇਠ ਇੱਕ ਸੰਪਾਦਕੀ ਲਿਖਿਆ, ਉਹਦੇ ਬਾਰੇ ਆਪਾਂ ਆਪਦੇ ਵਿਚਾਰ ਦੱਸਣੇ ਆ। ਇੱਥੇ ਆਪਦਾ ਐਡਰੈਸ, ਇੱਥੇ ਸੰਪਾਦਕ ਸਾਹਿਬ, ਅਕਾਲੀ ਪੱਤਰਿਕਾ ਜਲੰਧਰ, ਵਿਸ਼ਾ ਦੇ ਦੇਣਾ ਅਤੇ ਸ਼੍ਰੀਮਾਨ ਜੀ। ਫਿਰ ਆਪਾਂ ਸ਼ੁਰੂ ਕਰਾਂਗੇ ਉੱਥੋਂ ਤੋਂ ਜਿਹੜੀ ਤਰੀਕ ਨੂੰ ਆਪਾਂ ਇਸ ਤਰ੍ਹਾਂ ਦੀ ਕੋਈ ਖਬਰ ਛਪਦੀ ਅਖਬਾਰ ਦੇ ਵਿੱਚ ਆਪਾਂ ਪੜ੍ਹਿਆ ਤਾਂ ਉਹਦੇ ਬਾਰੇ ਵਿਚਾਰ ਦੱਸਣੇ ਆ। ਜਿਵੇਂ ਇਹਦੇ ਵਿੱਚ ਦੱਸਣੇ ਆ ਕੇਬਲ ਟੀਵੀ ਵਰਦਾਨ ਕੇ ਸ਼ਰਾਪ। ਸਿਰਲੇਖ ਹੇਠ ਜੋ ਵਿਚਾਰ ਪੇਸ਼ ਕੀਤੇ ਹਨ ਉਹ ਬਹੁਤ ਹੀ ਉਚਿਤ ਹਨ। ਇਹਦੇ ਵਿੱਚ ਦੱਸਣਾ, ਜਾਣੀ ਦੀ ਤੁਸੀਂ ਅਖਬਾਰ ਪੜ੍ਹਿਆ ਵਾ, ਉਹਦੇ ਵਿੱਚ ਤੁਹਾਨੂੰ ਕੋਈ ਵਿਸ਼ਾ ਜਾਂ ਦਿੱਤਾ ਹੋਇਆ, ਉਹਦੇ ਵਿੱਚ ਵਿਚਾਰ ਤੁਹਾਨੂੰ ਚੰਗੇ ਲੱਗੇ ਅਤੇ ਤੁਸੀਂ ਦੱਸਣਾ ਵੀ ਇਹ ਠੀਕ ਸੀ, ਯੋਗ ਸੀ। ਇਹ ਕਹਿਣਾ ਬਿਲਕੁਲ ਠੀਕ ਹੈ ਕਿ ਕੇਬਲ ਟੀਵੀ ਇੱਕ ਵਰਦਾਨ ਹੈ ਅਤੇ ਵਿਗਿਆਨ ਦੀ ਇੱਕ ਵੱਡੀ ਪ੍ਰਾਪਤੀ ਹੈ। ਇਸ ਰਾਹੀਂ ਅਸੀਂ ਵਿਸ਼ਵ ਨਾਗਰਿਕ ਬਣ ਕੇ ਬਹੁਤ ਕੁਝ ਚੰਗਾ ਵੀ ਗ੍ਰਹਿਣ ਕਰ ਸਕਦੇ ਹਾਂ ਅਤੇ ਆਪਣੀ ਸੋਚ ਵਿਚਾਰ ਦੇ ਘੇਰੇ ਨੂੰ ਵਿਸ਼ਾਲ ਵੀ ਬਣਾ ਸਕਦੇ ਹਾਂ। ਆਪ ਦੇ ਸੰਪਾਦਕੀ ਨੂੰ ਪੜ੍ਹ ਕੇ ਜਾਪਦਾ ਹੈ ਕਿ ਆਪ ਨੇ ਕੇਬਲ ਟੀਵੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਅਸਾਰੂ ਅਤੇ ਮਨੋਰੰਜਕ ਪ੍ਰੋਗਰਾਮ ਪ੍ਰਸਾਰਿਤ ਕਰਨ ਵਾਲਾ ਸਾਧਨ ਹੀ ਸਮਝਿਆ ਹੈ ਅਤੇ ਲਿਖਿਆ ਹੈ ਕਿ ਸਾਡੇ ਆਮ ਲੋਕ ਹਰ ਨਵੀਂ ਲੱਭਤ ਨੂੰ ਸ਼ਾਂਕਿਆਂ ਨਾਲ ਹੀ ਅਪਣਾਉਂਦੇ ਹਨ, ਪਰ ਹੌਲੀ ਹੌਲੀ ਇਹ ਗੱਲ ਸਾਡੇ ਜੀਵਨ ਦਾ ਅੰਗ ਬਣ ਜਾਂਦੀਆਂ ਹਨ। ਰੇਡੀਓ, ਟੈਲੀਵਿਜ਼ਨ ਅਤੇ ਰੇਲ ਗੱਡੀਆਂ ਦੀ ਆਮਦ ਉੱਤੇ ਵੀ ਲੋਕਾਂ ਨੇ ਸ਼ੰਕੇ ਪੈਦਾ ਕੀਤੇ ਹਨ ਕਿ ਇਹ ਚੀਜ਼ਾਂ ਸਾਡੇ ਜੀਵਨ ਵਿੱਚ ਵਿਗਾੜ ਪੈਦਾ ਕਰਨਗੀਆਂ, ਪਰ ਹੁਣ ਇਹਨਾਂ ਤੋਂ ਬਿਨਾਂ ਸਾਡੇ ਜੀਵਨ ਦੀ ਗੱਡੀ ਤੁਰਦੀ ਹੀ ਨਹੀਂ। ਮੇਰੀ ਜਾਂਚੇ ਕੇਬਲ ਟੀਵੀ ਬਾਰੇ ਲੋਕਾਂ ਦੇ ਸ਼ੰਕੇ ਬਿਲਕੁਲ ਹੀ ਨਿਰਮੂਲ ਨਹੀਂ। ਅਸੀਂ ਇਹ ਜਾਣਦੇ ਹਾਂ ਕਿ ਕੇਬਲ ਟੀਵੀ ਡਿਸ਼ ਐਂਟੀਨੇ ਰਾਹੀਂ ਵਿਸ਼ਵ ਭਰ ਦੇ ਪ੍ਰੋਗਰਾਮਾਂ ਨੂੰ ਸੰਬੰਧਿਤ ਖੇਤਰ ਵਿੱਚ ਵਪਾਰਕ ਪੱਧਰ 'ਤੇ ਪ੍ਰਸਾਰਿਤ ਕਰਦਾ ਹੈ। ਅਜਿਹਾ ਕਰਦੇ ਹੋਏ ਕੇਬਲ ਟੀਵੀ ਸੰਚਾਲਕ ਆਪਣੇ ਸਥਾਨਕ ਚੈਨਲ ਰਾਹੀਂ ਬਹੁਤ ਕੁਝ ਆਪਣੇ ਕੋਲੋਂ ਵੀ ਪ੍ਰਸਾਰਿਤ ਕਰਦੇ ਹਨ, ਜਿਸ ਦਾ ਪੱਧਰ ਉਹ ਨਹੀਂ ਹੁੰਦਾ ਜਿਹੜਾ ਕਿ ਸਾਡੇ ਲੋਕਾਂ ਨੂੰ ਵਿਸ਼ਵ ਨਾਗਰਿਕ ਬਣਾਉਣ ਵਿੱਚ ਹਿੱਸਾ ਪਾਉਣ ਵਾਲੇ ਪ੍ਰੋਗਰਾਮਾਂ ਦਾ ਹੋਣਾ ਚਾਹੀਦਾ ਹੈ। ਬੇਸ਼ੱਕ ਅੱਜ ਜਦੋਂ ਵਿਸ਼ਵ ਸੁੰਗੜਦਾ ਜਾਂਦਾ ਹੈ, ਕੇਬਲ ਟੀਵੀ ਦੀ ਭਾਰੀ ਮਹਾਨਤਾ ਹੈ, ਪਰ ਸਾਨੂੰ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ ਕਿ ਇਹਨਾਂ ਮਿਲਣ ਵਾਲੀਆਂ ਸਹੂਲਤਾਂ, ਗਿਆਨ ਪ੍ਰਾਪਤੀ ਅਤੇ ਮਨੋਰੰਜਨ ਵਿੱਚੋਂ ਸਾਨੂੰ ਕਿਸ ਲਈ ਕਿੰਨਾ ਸਮਾਂ ਖਰਚ ਕਰਨਾ ਚਾਹੀਦਾ ਹੈ। ਇਸ ਲਈ ਸਾਨੂੰ ਆਪਣੇ ਉੱਤੇ ਸਵੈ ਅਨੁਸ਼ਾਸਨ ਲਾਗੂ ਕਰਨ ਦੀ ਜ਼ਰੂਰਤ ਹੈ। ਵੱਡੀ ਉਮਰ ਦੇ ਬੰਦਿਆਂ ਲਈ ਇਸ ਦੀ ਬਹੁਤੀ ਸਮੱਸਿਆ ਨਹੀਂ ਹੁੰਦੀ, ਪਰ ਬੱਚਿਆਂ, ਨੌਜਵਾਨਾਂ ਅਤੇ ਵਿਦਿਆਰਥੀਆਂ ਲਈ ਇਸ ਸਵੈ ਅਨੁਸ਼ਾਸਨ ਦੀ ਬਹੁਤ ਜ਼ਰੂਰਤ ਹੈ। ਜੇਕਰ ਅਸੀਂ ਆਪਣੀ ਲਈ ਲਾਭਦਾਇਕ ਪ੍ਰੋਗਰਾਮਾਂ ਦੀ ਚੋਣ ਕਰਕੇ ਕੇਬਲ ਟੀਵੀ ਦੀ ਵਰਤੋਂ ਨਹੀਂ ਕਰਾਂਗੇ ਤਾਂ ਇਹ ਸਾਨੂੰ ਗਿਰਾਵਟ ਦੀ ਡੂੰਘੀ ਖੱਡ ਵਿੱਚ ਸੁੱਟ ਦੇਵੇਗਾ। ਕੇਬਲ ਟੀਵੀ ਦਾ ਘਰ ਵਿੱਚ ਕਨੈਕਸ਼ਨ ਲੈਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਤੁਸੀਂ ਹਰ ਵੇਲੇ ਟੀਵੀ ਦੇ ਅੱਗੇ ਹੀ ਬੈਠੇ ਰਹਿਣਾ ਹੈ ਅਤੇ ਚੰਗੇ ਮਾੜੇ ਪ੍ਰੋਗਰਾਮ ਦੇਖਣਾ ਹੈ। ਸਗੋਂ ਇਸ ਦਾ ਮਤਲਬ ਇਹ ਹੈ ਵਿਸ਼ਵ ਪੱਧਰ ਦੇ ਪ੍ਰੋਗਰਾਮ ਦੇਖ ਕੇ ਆਪਣੇ ਆਪ ਨੂੰ ਵਿਸ਼ਵ ਨਾਗਰਿਕ ਬਣਾਉਣਾ। ਫਿਲਮਾਂ, ਗਾਣਿਆਂ ਅਤੇ ਨਾਟਕਾਂ ਦਾ ਜਿਹੜਾ ਭੌਸਾ ਇਸ ਮੰਤਵ ਦੀ ਪੂਰਤੀ ਨਹੀਂ ਕਰਦਾ। ਸਕੂਲਾਂ ਦੇ ਅਧਿਆਪਕ ਅਤੇ ਮਾਪੇ ਬੱਚਿਆਂ ਦੀ ਅਜਿਹੀ ਰੁਚੀ ਦੇ ਸੁਧਾਰ ਵਿੱਚ ਕਾਫੀ ਹਿੱਸਾ ਪਾ ਸਕਦੇ ਹਨ।
ਇਸ ਦੇ ਨਾਲ ਹੀ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਦੇਸ਼ ਵਿਦੇਸ਼ ਦੇ ਪ੍ਰੋਗਰਾਮ ਦੇਖਦਿਆਂ ਸਾਨੂੰ ਆਪਣੇ ਦੇਸ਼ ਦੀ ਮਿੱਟੀ ਨਾਲ ਜੁੜੇ ਰਹਿਣਾ ਚਾਹੀਦਾ ਹੈ ਅਤੇ ਵਿਦੇਸ਼ੀ ਸੱਭਿਆਚਾਰਾਂ ਦੇ ਮੁਕਾਬਲੇ ਆਪਣੇ ਸੱਭਿਆਚਾਰ ਦੀਆਂ ਕੀਮਤਾਂ ਤੇ ਵਡਿਆਈਆਂ ਨੂੰ ਹੋਰ ਵੀ ਸ਼ਿੱਦਤ ਨਾਲ ਮਾਣਨਾ ਚਾਹੀਦਾ ਹੈ। ਸਾਨੂੰ ਬਾਹਰੀ ਪ੍ਰਭਾਵਾਂ ਹੇਠ ਆਪਣੇ ਆਪ ਨੂੰ ਨਹੀਂ ਭੁੱਲਣਾ ਚਾਹੀਦਾ। ਸਾਨੂੰ ਆਪਣੇ ਆਪ ਨੂੰ ਦੇਸੀ ਜਾਂ ਵਿਦੇਸ਼ੀ ਟੀਵੀ ਦੇ ਗੁਲਾਮ ਨਹੀਂ ਬਣਾਉਣਾ ਚਾਹੀਦਾ, ਸਗੋਂ ਆਪਣੀ ਸ਼ੁੱਧ ਤੇ ਬੁੱਧ ਦੋਹਾਂ ਨੂੰ ਕਾਇਮ ਰੱਖਣਾ ਚਾਹੀਦਾ ਹੈ ਅਤੇ ਨਾਲ ਹੀ ਇਹਨਾਂ ਰਾਹੀਂ ਵਪਾਰਕ ਕੰਪਨੀਆਂ ਰਾਹੀਂ ਕੀਤੇ ਜਾਂਦੇ ਆਪਣੇ ਮਾਲ ਦੇ ਪ੍ਰਚਾਰ ਬਾਰੇ ਵੀ ਖਬਰਦਾਰ ਰਹਿਣਾ ਚਾਹੀਦਾ ਹੈ। ਮੈਂ ਆਸ ਕਰਦਾ ਹਾਂ ਜਾਂ ਮੈਂ ਆਸ ਕਰਦੀ ਹਾਂ ਕਿ ਆਪ ਆਪਣੇ ਸੰਪਾਦਕੀਆਂ ਰਾਹੀਂ ਸਾਡੇ ਵਰਤਮਾਨ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਅਜਿਹੇ ਮਸਲਿਆਂ ਬਾਰੇ ਸਮੇਂ-ਸਮੇਂ 'ਤੇ ਆਪਣੇ ਬਹੁਮੁੱਲੇ ਵਿਚਾਰ ਪ੍ਰਗਟ ਕਰਕੇ ਪਾਠਕਾਂ ਦੀ ਰਹਿਨੁਮਾਈ ਕਰਦੇ ਰਹੋਗੇ। ਧੰਨਵਾਦ ਸਹਿਤ ਆਪ ਜੀ ਦਾ ਵਿਸ਼ਵਾਸ ਪੱਤਰ ਤਾਂ ਆਪਦਾ ਨਾਂ ਲਿਖਣਾ। ਇਹਦੇ ਬਾਰੇ ਤਾਂ ਤੁਸੀਂ ਜੇ ਕੋਈ ਅਖਬਾਰ ਦੇ ਵਿੱਚ ਪੜ੍ਹਦੇ ਹੋ ਇਸ ਤਰ੍ਹਾਂ ਦਾ ਵਿਸ਼ਾ ਤਾਂ ਉਹਦੇ ਬਾਰੇ ਤੁਸੀਂ ਆਪਣੇ ਵਿਚਾਰ ਲਿਖ ਸਕਦੇ ਹੋ। ਓਕੇ, ਇਸ ਤਰ੍ਹਾਂ ਦਾ ਵੀ ਵਿਸ਼ਾ ਇਹ ਕੇਬਲ ਟੀਵੀ ਬਾਰੇ ਆ। ਜੇ ਪੇਪਰ ਦੇ ਵਿੱਚ ਚੇਂਜ ਹੋ ਕੇ ਆ ਜਾਂਦਾ ਤਾਂ ਉਹਨੂੰ ਉਹਦੇ ਅਕੋਰਡਿੰਗ ਲਿਖਣਾ। ਓਕੇ, ਇਹਨੂੰ ਨੋਟਬੁੱਕ 'ਤੇ ਲਿਖਣਾ ਅਤੇ ਯਾਦ ਕਰਨਾ। ਥੈਂਕ ਯੂ ਸਟੂਡੈਂਟਸ।